+1 ਦੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਅਸੀਂ ਬੇਟਾ ਆਪਣਾ ਕਰ ਲੱਗੇ ਹਾਂ ਸੈਟਸ ਦਾ ਟੌਪਿਕ, ਜਿਸ ਦਾ ਨਾਮ ਆ ਵੇਨ ਡਾਇਗਰਾਮ। ਵੇਨ ਡਾਇਗਰਾਮ ਕੀ ਹੈ ਬੇਟਾ? ਜਿਵੇਂ ਨਾਮ ਤੋਂ ਆਏ ਕਿ ਡਾਇਗਰਾਮ ਆ, ਜਿਸ ਨੂੰ ਅਸੀਂ ਵੇਨ ਡਾਇਗਰਾਮ ਕਹਾਂਗੇ। ਕਿਹੜੀ ਡਾਇਗਰਾਮ? ਜਿਵੇਂ ਬੇਟਾ ਅਸੀਂ ਆਪਣੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਪੜ੍ਹਿਆ ਕਿ ਸਾਡੇ ਕੋਲ ਜਿਹੜੇ ਸੈਟਸ ਨੇ ਉਹਨਾਂ ਦੀ ਕਿਸੇ ਆਪਾਂ ਯੂਨੀਅਨ ਲੈਂਦੇ ਹਾਂ, ਕਿਵੇਂ ਇੰਟਰਸੈਕਸ਼ਨ ਲੈਂਦੇ ਹਾਂ, ਅਤੇ ਅਸੀਂ ਉਹਨਾਂ ਨੂੰ ਸੈਟਸ ਦੀ ਆਪਰੇਸ਼ਨਸ, ਯੂਨੀਅਨ ਤੇ ਇੰਟਰਸੈਕਸ਼ਨ ਦੀ ਆਪਰੇਸ਼ਨਸ ਦੇ ਨਾਲ ਸੋਲਵ ਕੀਤਾ। ਜੇ ਮੰਨ ਲਓ ਅਸੀਂ ਹੁਣ ਇਹਨਾਂ ਸਾਰੇ ਹੀ ਸੈਟਸ ਨੂੰ, ਸਾਰੇ ਆਪਰੇਸ਼ਨਸ ਨੂੰ ਜੇ ਡਾਇਗਰਾਮ ਦੇ ਵਿੱਚ ਦੇਖਣਾ ਹੋਏ ਤੇ ਕਿਵੇਂ ਦਾ ਸਾਨੂੰ ਦਿਖਣਗੇ ਇਹ ਸਾਰੇ ਸੈਟਸ। ਇਹੀ ਸਾਡਾ ਅੱਜ ਦਾ ਟੌਪਿਕ ਹੈਗਾ ਕਿ ਅਸੀਂ ਹੁਣ ਜਿੰਨੇ ਵੀ ਸੈਟਸ, ਜਿੰਨੇ ਵੀ ਹੁੰਦੇ ਆਪਰੇਸ਼ਨ, ਯੂਨੀਅਨ, ਇੰਟਰਸੈਕਸ਼ਨ, ਡਿਸਜੁਆਇੰਟ, ਸਾਰਿਆਂ ਨੂੰ ਅਸੀਂ ਹੁਣ ਕੀ ਕਰਨਾ, ਡਾਇਗਰਾਮ ਦੇ ਵਿੱਚ ਰਿਪਰੈਜ਼ੈਂਟ ਕਰਨਾ। ਠੀਕ ਹੈ, ਹੁਣ ਸਾਰੇ ਆਪਰੇਸ਼ਨ ਅਪਲਾਈ ਕਰਾਂਗੇ, ਬਟ ਕਿਹਦੀ ਹੈਲਪ ਨਾਲ? ਵਿਦ ਦੀ ਹੈਲਪ ਆਫ ਡਾਇਗਰਾਮ, ਜਿਸ ਨੂੰ ਅਸੀਂ ਕੀ ਨਾਮ ਦਿੰਦੇ ਹਾਂ? ਵੇਨ ਡਾਇਗਰਾਮ। ਠੀਕ ਹੈ ਜੀ। ਤੇ ਕਿਵੇਂ ਉਹਨਾਂ ਸੈਟਸ ਨੂੰ ਅਸੀਂ ਡਾਇਗਰਾਮ ਦੇ ਵਿੱਚ ਦੇਖਾਂਗੇ। ਸਟਾਰਟ ਕਰਦੇ ਆਪਣੇ ਟੌਪਿਕ ਨੂੰ ਬੇਟਾ। ਸਭ ਤੋਂ ਪਹਿਲਾਂ ਜਿਹੜਾ ਵੇਨ ਡਾਇਗਰਾਮ ਨਾਮ ਆ, ਇਹ ਜਿਹੜਾ ਜੋਹਨ ਵੇਨ ਇੱਕ ਲੌਜੀਸ਼ੀਅਨ ਆ, ਉਹਦੇ ਨਾਮ ਤੋਂ ਪਿਆ। ਠੀਕ ਹੈ, ਕਿ ਉਹਨੇ ਇਹਦੀ ਇਨਵੈਂਸ਼ਨ ਕੀਤੀ ਤੇ ਉਹਦੇ ਨਾਮ ਤੋਂ ਹੀ ਇਹਦਾ ਨਾਮ ਪੈ ਗਿਆ ਵੇਨ ਡਾਇਗਰਾਮ। ਠੀਕ ਹੈ, ਇਹ ਡਾਇਗਰਾਮ ਦੇ ਵਿੱਚ ਅਸੀਂ ਸੈਟਸ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ। ਦੇਖੋ, ਸਭ ਤੋਂ ਪਹਿਲਾਂ ਬੇਟਾ ਕੀ ਹੁੰਦਾ, ਅਸੀਂ ਵੇਨ ਡਾਇਗਰਾਮ ਦੇ ਵਿੱਚ ਦੋ ਹੀ ਫਿਗਰ ਜਿਹੜੀਆਂ ਨੇ ਉਹਨਾਂ ਦਾ ਯੂਜ਼ ਕਰਨਾ। ਪਹਿਲੀ ਰੈਕਟੈਂਗਲ ਤੇ ਦੂਸਰੀ ਸਰਕਲ। ਠੀਕ ਹੈ, ਰੈਕਟੈਂਗਲ ਜਿਹੜੀ ਆ, ਰੈਕਟੈਂਗਲ ਨੂੰ ਅਸੀਂ ਬੋਲਣਾ ਯੂਨੀਵਰਸਲ ਸੈਟ। ਠੀਕ ਹੈ, ਜਿਹੜੀ ਰੈਕਟੈਂਗਲ ਆ ਉਹ ਸਾਡਾ ਕੀ ਹੋਏਗੀ? ਯੂਨੀਵਰਸਲ ਸੈਟ ਹੋਏਗੀ, ਜੋ ਸਾਨੂੰ ਦਿੱਤਾ ਹੋਏਗਾ। ਠੀਕ ਹੈ, ਤੇ ਜਿਹੜੇ ਇਹਦੇ ਸਬਸੈਟਸ ਹੋਣਗੇ ਉਹਨਾਂ ਨੂੰ ਅਸੀਂ ਡਿਨੋਟ ਕਰਾਂਗੇ ਸਰਕਲ ਨਾਲ। ਠੀਕ ਹੈ ਜੀ। ਇਹ ਮੰਨ ਲਓ ਯੂਨੀਵਰਸਲ ਸੈਟ ਆ, ਤੇ ਇਹ ਮੰਨ ਲਓ ਉਹਦਾ ਕੀ ਹੈਗਾ ਆ? ਸਬਸੈਟ ਆ, ਤੇ ਇਹ ਨੂੰ ਅਸੀਂ ਕੀ ਕਰਾਂਗੇ? ਸਰਕਲ ਦੇ ਨਾਲ ਜਿਹੜਾ ਉਹ ਡਿਨੋਟ ਕਰਾਂਗੇ। ਠੀਕ ਹੈ, ਹੁਣ ਇਹ ਯੂਨੀਵਰਸਲ ਸੈਟ ਦਾ ਸਬਸੈਟ ਆ, ਇਹਦਾ ਮਤਲਬ ਇਹ ਦੇ ਜਿੰਨੇ ਵੀ ਐਲੀਮੈਂਟਸ ਆ ਸਾਰੇ ਕਿਹਦੇ ਵਿੱਚ ਹੋਣਗੇ? ਯੂਨੀਵਰਸਲ ਸੈਟ ਵਿੱਚ ਹੋਣਗੇ। ਇਸੇ ਕਰਕੇ ਆ ਜਿੰਨਾ ਵੀ ਹੁਣ ਏਰੀਆ ਆ ਸਾਰਾ ਏਰੀਆ ਕਿਹਦਾ ਆ? ਯੂਨੀਵਰਸਲ ਦਾ। ਠੀਕ ਹੈ, ਬਟ ਜਿਹੜਾ ਇੰਨਾ ਏਰੀਆ ਆ ਇਹ ਸਿਰਫ ਕਿਹਦਾ ਹੈਗਾ ਆ? ਏ ਦਾ ਆ, ਤੇ ਏ ਦਾ ਏਰੀਆ ਯੂਨੀਵਰਸਲ ਦੇ ਨਾਲ ਸਾਂਝਾ ਆ ਰਿਹਾ ਹੈ। ਤੇ ਇਥੋਂ ਇਹੀ ਕਲੀਅਰ ਹੋ ਰਿਹਾ ਕਿ ਏ ਕੀ ਆ? ਯੂਨੀਵਰਸਲ ਸੈਟ ਦਾ ਇੱਕ ਸਬਸੈਟ ਆ। ਠੀਕ ਹੈ, ਜਿਹੜੇ ਵੀ ਸਾਡੇ ਕੋਲ ਸਬਸੈਟਸ ਹੋਣਗੇ ਉਹਨਾਂ ਨੂੰ ਇਵੇਂ ਹੀ ਸਰਕਲ ਦੇ ਨਾਲ ਡਿਨੋਟ ਕਰਾਂਗੇ। ਕਲੀਅਰ? ਤੇ ਜਿਹੜੇ ਹੁਣ ਅਸੀਂ ਮੰਨ ਲਓ ਹੁਣ ਇੱਥੇ ਯੂਨੀਵਰਸਲ ਸੈਟ ਦੇ ਵਿੱਚ ਸਾਡੇ ਕੋਲ ਐਲੀਮੈਂਟਸ ਨੇ 1 2 3 4 ਤੇ 5, ਤੇ A ਵਿੱਚ ਸਾਡੇ ਕੋਲ ਐਲੀਮੈਂਟ ਨੇ 1 ਤੇ 4। ਹੁਣ ਜੇ ਇਹਨਾਂ ਐਲੀਮੈਂਟਸ ਨੂੰ ਅਸੀਂ ਡਾਇਗਰਾਮ ਦੇ ਵਿੱਚ ਦਰਸਾਉਣਾ ਆ, ਤੇ ਕਿੱਦਾਂ ਦਰਸਾਵਾਂਗੇ? ਜਿਹੜੇ ਬੇਟਾ A ਸੈਟ ਦੇ ਐਲੀਮੈਂਟ ਆ ਉਹ A ਵਾਲੇ ਪੋਰਸ਼ਨ ਦੇ ਵਿੱਚ ਹੀ ਹੋਣਗੇ। ਠੀਕ ਹੈ, ਕਿਉਂਕਿ ਵੈਸੇ ਤੇ ਜਿਹੜਾ A ਵਾਲਾ ਪੋਰਸ਼ਨ ਆ ਉਹ ਵੀ U ਦੇ ਵਿੱਚ ਹੀ ਆ, ਬਟ ਜਿਹੜੇ A ਦੇ ਐਲੀਮੈਂਟ ਆ ਉਹਨਾਂ ਨੂੰ ਅਸੀਂ ਬਾਹਰ ਨਹੀਂ ਦਰਸਾ ਸਕਦੇ, ਉਹਨਾਂ ਨੂੰ ਅਸੀਂ ਵਿੱਚ ਹੀ ਇੱਥੇ ਜਿਹੜਾ ਆ ਉਹ ਲਿਖਾਂਗੇ। 1 4 ਐਲੀਮੈਂਟ ਆ, ਇੱਥੇ ਲਿਖਾਂਗੇ 1 ਤੇ 4। ਆ ਮਤਲਬ ਦੋ ਜਿਹੜੇ ਨੇ ਉਹ A ਦੇ ਐਲੀਮੈਂਟਸ ਨੇ। ਠੀਕ, ਇਹ A ਦੇ ਐਲੀਮੈਂਟਸ ਨੇ, ਯੂਨੀਵਰਸਲ ਦੇ ਵਿੱਚ ਹੀ ਆ ਰਹੇ ਨੇ। ਠੀਕ ਹੈ, ਇਸ ਕਰਕੇ ਜਿਹੜਾ ਵੀ ਸਬਸੈਟ ਹੋਏਗਾ, ਜਿਹੜੇ ਵੀ ਉਹਦੇ ਐਲੀਮੈਂਟਸ ਨੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਹੀ ਲਿਖਣਾ ਹੁੰਦਾ। ਹੁਣ ਬਾਕੀ ਜਿਹੜੇ ਬਚ ਗਏ 1 2 3 ਤੇ 5 ਉਹਨੂੰ ਕਿਤੇ ਵੀ ਅਸੀਂ ਲਿਖ ਸਕਦੇ ਹਾਂ। ਠੀਕ ਹੈ, ਹੁਣ ਇੱਥੋਂ ਦੇਖੋ ਜਿਹੜਾ ਯੂ ਸੈਟ ਹੈ ਉਹ ਚ ਕਿਹੜੇ ਕਿਹੜੇ ਐਲੀਮੈਂਟ ਨੇ? 1 2 3 4 5। ਆ ਦੇਖ ਲਓ, ਆ ਸਾਰੇ ਰੈਕਟੈਂਗਲ ਕੀ ਆ? ਯੂਨੀਵਰਸਲ ਸੈਟ ਆ। ਇਹ ਚ ਕਿਹੜੇ ਕਿਹੜੇ ਐਲੀਮੈਂਟ ਆ? ਦੇਖੋ 1 2 3 4 ਤੇ 5 ਸਾਰੇ ਦੇ ਵਿੱਚ ਹੀ ਆ ਰਹੇ ਆ। ਤੇ ਇੱਥੋਂ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ A ਵਿੱਚ ਐਲੀਮੈਂਟ ਕਿਹੜੇ ਆ? 1 ਤੇ 4 ਹੈਗੇ ਆ। ਕਲੀਅਰ ਬੇਟਾ? ਠੀਕ ਹੈ, ਇਸੇ ਤਰੀਕੇ ਨਾਲ ਜਦੋਂ ਵੀ ਅਸੀਂ ਕਿਸੇ ਵੀ ਸੈਟਸ ਨੂੰ ਡਾਇਗਰਾਮ ਦੇ ਡਾਇਗਰਾਮੈਟਿਕਲੀ ਆਪਾਂ ਰਿਪਰੈਜ਼ੈਂਟ ਕਰਨਾ, ਹਮੇਸ਼ਾ ਕੀ ਕਰਨਾ,
ਜਿਹੜਾ ਸਾਡਾ ਰੈਕਟੈਂਗਲ ਪੋਰਸ਼ਨ ਹੋਏਗਾ ਉਹਨੂੰ ਅਸੀਂ ਕੀ ਲੈ ਕੇ ਚੱਲਣਾ, ਯੂਨੀਵਰਸਲ ਸੈੱਟ, ਤੇ ਜਿਹੜੇ ਸਾਡੇ ਕੋਲ ਸਬਸੈਟਸ ਹੋਣਗੇ ਉਹਨਾਂ ਨੂੰ ਅਸੀਂ ਇਵੇਂ ਸਰਕਲ ਦੇ ਨਾਲ ਡਿਨੋਟ ਕਰਨਾ। ਹੁਣ ਇੱਥੇ ਇੱਕ ਹੀ ਸੈੱਟ ਦੀ ਗੱਲ ਕੀਤੀ ਆ, ਜ਼ਰੂਰੀ ਨਹੀਂ ਇੱਕ ਸੈੱਟ, ਇੱਥੇ ਇੱਕ ਤੋਂ ਵੱਧ ਸੈੱਟ ਵੀ ਆ ਸਕਦੇ ਨੇ, 2 ਜਾਂ 3 ਸੈੱਟ ਵੀ ਸਾਡੇ ਕੋਲ ਆ ਸਕਦੇ ਨੇ। ਜੇ ਮੰਨ ਲਓ 2 ਸੈੱਟ ਸਾਡੇ ਕੋਲ ਆ ਜਾਣ ਤੇ ਉਹਨਾਂ ਨੂੰ ਅਸੀਂ ਕਿਵੇਂ ਰਿਪਰੈਜ਼ੈਂਟ ਕਰਨਾ ਆ, ਉਹ ਹੁਣ ਅਸੀਂ ਅੱਗੇ ਦੇਖਦੇ ਹਾਂ। ਠੀਕ ਹੈ, ਇਹ ਨੋਟ ਡਾਊਨ ਕਰ ਲਓ। ਦੇਖੋ ਬੇਟਾ, ਹੁਣ ਅਸੀਂ ਡਿਸਕਸ ਕਰਾਂਗੇ ਕਿ ਮੰਨ ਲਓ ਸਾਡੇ ਕੋਲ 2 ਸੈੱਟ ਆ ਜਾਂਦੇ ਨੇ ਤੇ ਉਹਨਾਂ ਨੂੰ ਅਸੀਂ ਕਿਵੇਂ ਰਿਪਰੈਜ਼ੈਂਟ ਕਰਨਾ ਡਾਇਗਰਾਮ ਦੇ। ਦੇਖੋ ਇਹ ਸਾਡਾ ਰੈਕਟੈਂਗਲ ਕੀ ਯੂਨੀਵਰਸਲ ਸੈੱਟ ਹੋ ਗਿਆ, 2 ਸੈੱਟ ਨੇ A ਤੇ B, ਉਹਨਾਂ ਨੂੰ ਇਵੇਂ ਅਸੀਂ ਓਵਰਲੈਪ ਕਰਕੇ ਜਿਹੜਾ ਆ ਉਹ ਰਿਪਰੈਜ਼ੈਂਟ ਕਰਨਾ ਹੁੰਦਾ। ਠੀਕ ਹੈ, ਹੁਣ ਤੁਹਾਨੂੰ ਮੈਂ ਦੱਸਦਾ ਆ ਕਿ ਜਿਹੜੇ ਇਹਦੇ ਓਵਰਲੈਪ ਕਰਨ ਤੋਂ ਬਾਅਦ ਅਲੱਗ-ਅਲੱਗ ਸਾਡੇ ਕੋਲ ਜਿਹੜੇ ਨੇ ਉਹ ਏਰੀਆ ਆ ਰਹੇ ਨੇ, ਪਾਰਟ ਆ ਰਹੇ ਨੇ, ਉਹਨਾਂ ਨੂੰ ਅਸੀਂ ਕੀ ਬੋਲਣਾ ਹੈ। ਸਭ ਤੋਂ ਪਹਿਲਾਂ ਦੇਖੋ ਜਿਹੜਾ ਇਹ ਵਾਲਾ ਪੋਰਸ਼ਨ ਆ, ਇਹ ਵਾਲਾ ਪੋਰਸ਼ਨ ਬੇਟਾ ਕਿਹੜਾ ਆ, ਜਿਹੜਾ A ਤੇ B ਦੋਨਾਂ ਦੇ ਵਿੱਚ ਕੀ ਆ, ਸਾਂਝਾ ਆ ਰਿਹਾ, ਕਾਮਨ ਆ ਰਿਹਾ। ਠੀਕ, ਤੇ ਜਿਹੜੇ ਦੋਨਾਂ ਦੇ ਵਿੱਚ ਕਾਮਨ ਐਲੀਮੈਂਟ ਹੋਣਗੇ ਉਹਨੂੰ ਕਿੱਥੇ ਲਿਖਾਂਗੇ, ਅਸੀਂ ਇਹ ਵਾਲੇ ਪੋਰਸ਼ਨ 'ਚ ਲਿਖਾਂਗੇ। ਠੀਕ, ਜਿੱਦਾਂ ਵੀ ਸਾਨੂੰ ਡਾਇਗਰਾਮ ਦੇ ਵਿੱਚ ਚੀਜ਼ ਸ਼ੋ ਹੋ ਰਹੀ ਹੈ ਨਾ ਕਿ ਇਹ ਵਾਲਾ ਹਿੱਸਾ ਦੋਨਾਂ ਦਾ ਸਾਂਝਾ ਆ, ਤੇ ਉਦਾਂ ਹੀ ਸਾਂਝੇ ਐਲੀਮੈਂਟ ਉੱਥੇ ਆਉਣਗੇ। ਆਹ ਵਾਲਾ ਹਿੱਸਾ ਜਿਹੜਾ ਆ ਇਹ ਸਿਰਫ A ਦਾ ਹੀ ਆ, ਇੰਨਾ ਹਿੱਸਾ ਆ ਦੇਖੋ, ਇੱਥੋਂ ਲੈ ਕੇ ਤੇ ਆਹ ਵਾਲਾ ਸਾਰਾ ਹਿੱਸਾ ਕੱਲਾ A ਦਾ ਆ। ਇਸ ਕਰਕੇ ਉਹ ਸਾਰੇ ਐਲੀਮੈਂਟ ਜੋ ਸਿਰਫ ਕੱਲੇ A ਵਿੱਚ ਹੀ ਨੇ, B ਵਿੱਚ ਨਹੀਂ ਨੇ, ਉਹਨਾਂ ਨੂੰ ਅਸੀਂ ਇੱਥੇ ਲਿਖਾਂਗੇ, ਤੇ ਉਹ ਸਾਰੇ ਐਲੀਮੈਂਟ ਜੋ ਕੱਲੇ B ਦੇ ਹੀ ਨੇ, A ਵਿੱਚ ਨਹੀਂ ਆ, ਉਹਨਾਂ ਨੂੰ ਅਸੀਂ ਇੱਥੇ ਲਿਖਾਂਗੇ। ਠੀਕ, ਜਿੱਦਾਂ ਦਾ ਸਾਡੇ ਕੋਲ ਪੋਰਸ਼ਨ ਹੋਏਗਾ ਉਹਦੇ ਅਕੋਰਡਿੰਗ ਹੀ ਐਲੀਮੈਂਟਸ ਅਸੀਂ ਉੱਥੇ ਲਿਖਾਂਗੇ। ਠੀਕ ਹੈ, ਹੁਣ ਮੰਨ ਲਓ ਸਾਡੇ ਕੋਲ ਆ ਯੂਨੀਵਰਸਲ ਸੈੱਟ A ਤੇ B ਸੈੱਟ ਆ, ਆਪਾਂ ਇਹਨਾਂ ਦੇ ਇਹ ਐਲੀਮੈਂਟਸ ਨੂੰ ਡਾਇਗਰਾਮ ਦੇ ਵਿੱਚ ਦਰਸਾਉਣਾ, ਕਿੱਦਾਂ ਦਰਸਾਵਾਂਗੇ। ਦੇਖੋ ਅਸੀਂ ਸਟਾਰਟ ਕਰਾਂਗੇ A ਤੋਂ। ਪਹਿਲਾਂ A ਦੇ ਐਲੀਮੈਂਟ ਦੇਖੋ ਕਿਹੜੇ ਆ ਜਿਹੜੇ B ਨਾਲ ਸਾਂਝੇ ਨਹੀਂ ਹੈਗੇ। ਠੀਕ ਹੈ, ਕਿਹੜੇ ਐਲੀਮੈਂਟ B ਨਾਲ ਸਾਂਝੇ ਨਹੀਂ ਹੈਗੇ, 1 ਸਾਂਝਾ ਨਹੀਂ ਆ, 4 ਸਾਂਝਾ ਨਹੀਂ ਆ। 1 ਤੇ 4 ਆਹ ਵਾਲੇ ਪੋਰਸ਼ਨ ਦੇ ਵਿੱਚ ਆ ਜਾਣਗੇ, 1 4 ਐਲੀਮੈਂਟ ਇੱਥੇ ਆਉਣਗੇ, ਸਿਰਫ ਕੱਲੇ A ਦੇ ਵਿੱਚ ਨੇ। ਇਦਾਂ ਹੀ B ਦੇ ਵਿੱਚ ਕਿਹੜੇ ਐਲੀਮੈਂਟ ਆ ਜਿਹੜੇ A ਨਾਲ ਸਾਂਝੇ ਨਹੀਂ ਹੈਗੇ, 5 ਤੇ 6, ਉਹ ਕਿੱਥੇ ਲਿਖਾਂਗੇ ਅਸੀਂ, 5 ਤੇ 6 ਇੱਥੇ ਲਿਖ ਲਵਾਂਗੇ। ਠੀਕ ਹੈ ਜੀ, ਹੁਣ ਆਹ ਵਾਲਾ ਪੋਰਸ਼ਨ 'ਚ ਕਿਹੜੇ ਐਲੀਮੈਂਟ ਲਿਖਾਂਗੇ ਜਿਹੜੇ ਦੋਨਾਂ ਦੇ ਵਿੱਚ ਸਾਂਝੇ ਨੇ, ਕਾਮਨ ਨੇ। A ਤੇ B ਵਿੱਚ ਕਿਹੜਾ ਐਲੀਮੈਂਟ ਕਾਮਨ ਹੈਗਾ ਜੀ, 2 ਸਾਡਾ ਕੀ ਆਏਗਾ, ਇੱਥੇ ਆਏਗਾ। ਕਲੀਅਰ ਜੀ, ਠੀਕ ਹੈ। ਹੁਣ ਇਹ ਸਾਡੇ ਆ ਗਏ, A ਦੇ ਐਲੀਮੈਂਟ ਵੀ ਆ ਗਏ, B ਦੇ ਵੀ ਆ ਗਏ। ਬਾਕੀ ਜਿਹੜੇ ਬਚ ਗਏ ਆ ਉਹ ਆਪਾਂ ਕੀ ਲਿਖਾਂਗੇ, ਇਹਨਾਂ ਤੋਂ ਬਾਅਦ, ਕਿਉਂਕਿ ਇਹਨਾਂ ਦੇ ਵਿੱਚ ਤੇ ਇਹੀ ਐਲੀਮੈਂਟ ਆ ਸਕਦੇ ਸਾਡੇ ਕੋਲ। A ਦੇ 1 4 ਤੇ 2 ਆ, B ਦੇ 5 6 ਤੇ 2 ਆ। ਜਿਹੜੇ ਬਚਦੇ ਐਲੀਮੈਂਟ ਕਿਹੜੇ ਸਾਡੇ ਕੋਲ ਨੇ, 1 2 4 5 6, ਕਿਹੜਾ ਬਚ ਗਿਆ ਜੀ, ਕੱਲਾ 3 ਬਚਿਆ, ਉਹਨੂੰ ਅਸੀਂ ਕਿਤੇ ਵੀ ਲਿਖ ਸਕਦੇ ਹਾਂ। ਕਲੀਅਰ ਜੀ, ਇਹ ਸੀ ਬੇਟਾ ਰਿਪਰੈਜ਼ੈਂਟੇਸ਼ਨ ਕਿ ਸਾਡੇ ਕੋਲ ਜਿਹੜਾ ਯੂਨੀਵਰਸਲ ਸੈੱਟ ਆ ਔਰ ਰੈਕਟੈਂਗਲ ਦੇ ਨਾਲ ਡਿਨੋਟ ਕਰਨਾ, ਤੇ ਜਿਹੜੇ ਸਾਡੇ ਕੋਲ ਸਬਸੈਟਸ ਨੇ ਉਹਨੂੰ ਅਸੀਂ ਇਵੇਂ ਸਰਕਲ ਦੇ ਨਾਲ ਡਿਨੋਟ ਕਰਨਾ ਹੁੰਦਾ। ਕਲੀਅਰ ਜੀ, ਹੁਣ ਅਸੀਂ ਅਲੱਗ-ਅਲੱਗ ਜਿਹੜੀਆਂ ਡਾਇਗਰਾਮ ਜਿਹੜੀਆਂ ਨੇ, ਵੇਨ ਡਾਇਗਰਾਮ ਬਣਾਉਣੇ, ਜਿਵੇਂ 2 ਸੈੱਟ ਦੀ ਯੂਨੀਅਨ, 2 ਸੈੱਟ ਦਾ ਸਾਡੇ ਕੋਲ ਇੰਟਰਸੈਕਸ਼ਨ, 2 ਸੈੱਟ ਦਾ ਡਿਫਰੈਂਸ ਸੈੱਟ, ਉਹਨੂੰ ਕਿਵੇਂ ਅਸੀਂ ਵੇਨ ਡਾਇਗਰਾਮ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ। ਠੀਕ ਹੈ, ਇਹ ਸਵਾਲ ਸਿੱਧਾ ਹੀ ਆਉਂਦਾ ਹੁੰਦਾ ਕਿ ਕੋਈ ਵੀ ਇੱਕ ਸਾਨੂੰ ਸਟੇਟਮੈਂਟ ਦੇ ਦਿੰਦੇ ਆਂਦੇ, ਇਹਨੂੰ ਵੇਨ ਡਾਇਗਰਾਮ ਦੇ ਦੱਸੋ ਕਿ ਇਹ ਕਿਹੜਾ ਰੀਜਨ ਜਿਹੜਾ ਆ ਉਹਨੂੰ ਸ਼ੇਡ ਕਰੋਗੇ ਇਸ ਸਟੇਟਮੈਂਟ ਦੇ ਅਕੋਰਡਿੰਗ ਕਿ ਵੇਨ ਡਾਇਗਰਾਮ ਦੇ ਵਿੱਚ। ਠੀਕ ਹੈ, ਤੇ ਆਪਾਂ ਉਹਨਾਂ ਨੂੰ ਡਿਸਕਸ ਦੇਖੀਏ ਹੁਣ ਕਿ ਆਪਾਂ ਵੇਨ ਡਾਇਗਰਾਮ ਦੇ ਵਿੱਚ ਕਿਵੇਂ ਯੂਨੀਅਨ ਇੰਟਰਸੈਕਸ਼ਨ ਵਾਲੇ ਪੋਰਸ਼ਨ ਨੂੰ ਆਪਾਂ ਸ਼ੇਡ ਕਰਨਾ। ਠੀਕ ਹੈ, ਮੰਨ ਲਓ ਕੋਈ ਸਾਡੇ ਸਾਹਮਣੇ ਕੋਈ ਯੂਨੀਅਨ ਇੰਟਰਸੈਕਸ਼ਨ ਵਾਲੀ ਕੋਈ ਸਟੇਟਮੈਂਟ ਆ ਜੇ ਤੇ ਆਪਾਂ ਕਿਵੇਂ ਇਹਨੂੰ ਵੇਨ ਡਾਇਗਰਾਮ 'ਚ ਦੇਖਣਾ। ਦੇਖੋ ਸਭ ਤੋਂ ਪਹਿਲਾਂ 2 ਸੈੱਟ ਦੀ ਯੂਨੀਅਨ ਨੂੰ ਜੇ ਅਸੀਂ ਪੂਰੀ ਵੇਨ ਡਾਇਗਰਾਮ 'ਚ ਸ਼ੇਡ ਕਰਨਾ, ਸਾਡੇ ਕੋਲ ਕਿਵੇਂ ਸ਼ੇਡ ਕਰਾਂਗੇ, ਯੂਨੀਵਰਸਲ ਸੈੱਟ, ਯੂਨੀਵਰਸਲ ਸੈੱਟ, ਯੂਨੀਵਰਸਲ ਸੈੱਟ। ਠੀਕ ਹੈ, ਦੇਖੋ A ਯੂਨੀਅਨ ਵੀ ਹੁੰਦਾ ਕੀ ਵੈਸੇ, A ਦੇ ਵੀ ਸਾਰੇ ਐਲੀਮੈਂਟ ਐਂਡ B ਦੇ ਵੀ ਸਾਰੇ ਐਲੀਮੈਂਟ, ਤੇ ਕਾਮਨ ਵੀ ਆਪਾਂ ਲੈ ਲੈਣੇ ਆ। ਦੇਖ ਲਓ ਤੁਸੀਂ ਜੋ ਤੁਹਾਡੇ ਸਿੱਖਿਆ ਹੋਇਆ ਕਿ 2 ਸੈੱਟ ਦੀ ਯੂਨੀਅਨ ਕੀ ਆ, ਉਹਦੇ ਅਕੋਰਡਿੰਗ ਹੀ ਆਪਾਂ ਇੱਥੇ ਉਹ ਪੋਰਸ਼ਨ ਸ਼ੇਡ ਕਰਨਾ ਜਿਹੜਾ A ਯੂਨੀਅਨ B ਵਾਲਾ ਹੋਏਗਾ। A ਦਾ ਵੀ ਸਾਰਾ ਪੋਰਸ਼ਨ, ਠੀਕ ਹੈ ਜੀ, B ਦਾ ਵੀ ਸਾਰਾ ਪੋਰਸ਼ਨ, ਤੇ ਜਿਹੜਾ ਕਾਮਨ ਹੁੰਦਾ ਆ ਉਹ ਵੀ ਕੀ ਆਪਾਂ ਬੇਟਾ ਸਾਰਾ ਹੀ ਲੈ ਲੈਨੇ ਆ। ਤੇ ਇਹ ਸਾਡਾ ਕੀ ਆ ਗਿਆ, A ਯੂਨੀਅਨ B ਆ। ਠੀਕ ਹੈ, ਆਪਾਂ ਡਾਇਗਰਾਮ 'ਚ ਸ਼ੇਡ ਕਰਤਾ ਕਿ A ਯੂਨੀਅਨ B ਵਾਲਾ ਪੋਰਸ਼ਨ ਕਿਹੜਾ ਹੋਏਗਾ, A ਯੂਨੀਅਨ B 'ਚ ਕਿਹੜੇ ਐਲੀਮੈਂਟ ਆਉਣਗੇ, ਸਾਰੇ A ਦੇ ਐਲੀਮੈਂਟ ਵੀ
ਸਾਰੇ B ਦੇ ਜਿਹੜੇ ਦੋਨਾਂ 'ਚ ਕਾਮਨ ਆ ਰਹੇ ਆ ਉਹ ਵੀ ਅਸੀਂ ਕੀ ਆ A ਯੂਨੀਅਨ B ਵਿੱਚ ਲੈਣੇ। ਕਲੀਅਰ। ਹੁਣ ਜੇ ਇੰਟਰਸੈਕਸ਼ਨ ਆ ਜੇ ਦੋਨਾਂ ਦੇ ਇੰਟਰਸੈਕਸ਼ਨ ਵਾਲਾ ਰੀਜ਼ਨ ਤੁਸੀਂ ਛੇੜ ਕਰਨਾ ਤਾਂ ਕਿਹੜਾ ਰੀਜ਼ਨ ਹੋ ਸਕਦਾ? ਦੇਖੋ ਵੇਨ ਡਾਇਗਰਾਮ ਦੇ ਵਿੱਚ ਦੋ ਸੈੱਟ ਦੀ ਇੰਟਰਸੈਕਸ਼ਨ ਦੇ ਵਿੱਚ ਕਿਹੜਾ ਰੀਜ਼ਨ ਆਉਂਦਾ ਜਿਹੜਾ ਦੋਨਾਂ ਵਿੱਚ ਕਾਮਨ ਹੋਏ। ਇੰਟਰਸੈਕਸ਼ਨ ਦਾ ਮਤਲਬ ਕੀ ਆ? ਉਹੀ ਐਲੀਮੈਂਟ ਆਉਣ ਜਿਹੜੇ ਦੋਨਾਂ ਵਿੱਚ ਕਾਮਨ ਹੋਣ। ਹੁਣ ਦੇਖੋ ਇਹਨਾਂ ਦੋਵਾਂ 'ਚ ਕਿਹੜਾ ਕਾਮਨ ਰੀਜ਼ਨ ਆ ਰਿਹਾ? ਦਿਸ ਇਜ਼ ਕਾਮਨ ਰੀਜ਼ਨ। ਇਹਦਾ ਮਤਲਬ ਇਹ ਵਾਲਾ ਰੀਜ਼ਨ ਕਿਹਨੂੰ ਰਿਪਰੈਜ਼ੈਂਟ ਕਰਦਾ ਪਿਆ? ਦੋਨਾਂ ਸੈੱਟ ਦੀ ਇੰਟਰਸੈਕਸ਼ਨ। ਕਲੀਅਰ ਜੀ। ਅੱਗੇ ਮੰਨ ਲਓ ਹੁਣ ਇਹ ਦੋ ਸੈੱਟ ਨੇ, ਇਹ ਤੁਹਾਨੂੰ ਇਹਨਾਂ ਦੋਨਾਂ ਵੱਲ ਦੇਖ ਕੇ ਕੀ ਪਤਾ ਲੱਗਦਾ ਪਿਆ ਕਿ A ਤੇ B ਦੋਨੋਂ ਵੱਖੋ ਵੱਖਰੇ ਨੇ, ਕੋਈ ਵੀ ਇਹਨਾਂ ਦੇ ਵਿੱਚ ਪੋਰਸ਼ਨ ਸਾਂਝਾ ਨਹੀਂ ਹੈਗਾ। ਇਹਦਾ ਮਤਲਬ ਇਹ ਜਦੋਂ ਕੋਈ ਵੀ ਦੋ ਸੈੱਟ ਦੇ ਵਿੱਚ ਇੱਕ ਵੀ ਐਲੀਮੈਂਟ ਸਾਂਝਾ ਨਹੀਂ ਹੋਏ ਤੇ ਇੰਟਰਸੈਕਸ਼ਨ ਕਿਹਦੇ ਕੋਲ ਹੁੰਦੀ? ਸਾਡੇ ਕੋਲ φ ਦੇ। ਤੇ ਜਦੋਂ ਦੋ ਸੈੱਟ ਦੀ ਇੰਟਰਸੈਕਸ਼ਨ φ ਆ ਤੇ ਆਪਾਂ ਉਹਨਾਂ ਦੋਨਾਂ ਸੈੱਟ ਨੂੰ ਕੀ ਨਾਮ ਦਿੰਦੇ ਆ? ਡਿਸਜੋਇੰਟ ਸੈੱਟ। ਤੇ ਜੇ ਡਿਸਜੋਇੰਟ ਸੈੱਟ ਨੂੰ ਤੁਸੀਂ ਡਾਇਗਰਾਮ ਦੇ ਨਾਲ ਰਿਪਰੈਜ਼ੈਂਟ ਕਰਨਾ ਹੈ ਤੇ ਕਿਵੇਂ ਰਿਪਰੈਜ਼ੈਂਟ ਕਰੋਗੇ? ਯੂਨੀਵਰਸਲ ਸੈੱਟ, ਇੱਕ A ਸੈੱਟ ਇੱਕ B ਸੈੱਟ, ਇਹਨਾਂ ਵਿੱਚ ਕੁਝ ਵੀ ਰੀਜ਼ਨ ਕਾਮਨ ਨਹੀਂ ਰੱਖੋਗੇ, ਦੋਨਾਂ ਨੂੰ ਵੱਖੋ ਵੱਖਰੇ ਤੁਸੀਂ ਸ਼ੇਡ ਕਰ ਦੋਗੇ। ਠੀਕ ਹੈ ਕਿ A ਵੱਖਰਾ B ਵੱਖਰਾ, ਦੋਨਾਂ ਵਿੱਚ ਕੁਝ ਵੀ ਕਾਮਨ ਨਹੀਂ ਹੈਗਾ, ਇੱਕ ਵੀ ਰੀਜ਼ਨ ਕਾਮਨ ਥੋੜਾ ਬਹੁਤਾ ਵੀ ਨਹੀਂ ਹੈਗਾ। ਇਟ ਮੀਨਸ ਇਹ ਦੋਨੋਂ ਕੀ ਹੋ ਗਏ ਫਿਰ ਡਿਸਜੋਇੰਟ ਨੇ। ਇਹਨਾਂ ਦੀ ਇੰਟਰਸੈਕਸ਼ਨ ਕਿਹਦੇ ਕੋਲ ਆ? φ ਦੇ। ਠੀਕ ਹੈ ਜੀ। ਇਹ ਸੀ ਯੂਨੀਅਨ, ਇੰਟਰਸੈਕਸ਼ਨ ਤੇ ਡਿਸਜੋਇੰਟ। ਨੋਟ ਡਾਊਨ ਕਰ ਲਓ। ਨੈਕਸਟ ਹੋਰ ਦੇਖੀਏ ਕੁਝ ਹੋਰ ਵੇਨ ਡਾਇਗਰਾਮ ਦੀ ਬਹੁਤ ਇੰਟਰਸਟਿੰਗ ਵੇਨ ਡਾਇਗਰਾਮਸ ਨੇ, ਬੜਾ ਧਿਆਨ ਨਾਲ ਦੇਖਿਓ ਇਹਨਾਂ ਨੂੰ। ਸਭ ਤੋਂ ਪਹਿਲੀ ਜੀ A B, ਜਿਹਨੂੰ ਡਿਫਰੈਂਸ ਆਫ ਸੈੱਟ ਕਹਿ ਦਿੰਦੇ ਆ। A B ਦਾ ਬੇਟਾ ਮਤਲਬ ਕੀ ਹੁੰਦਾ ਕਿ A ਦੇ ਅਸੀਂ ਸਾਰੇ ਐਲੀਮੈਂਟ ਲੈਣੇ ਆ ਜਿਹੜੇ ਸਿਰਫ A ਦੇ ਵਿੱਚ ਹੀ ਆ, ਜਿਹੜੇ B ਨਾਲ A ਦੇ ਸਾਂਝੇ ਆ ਉਹ A ਚੋਂ ਆਪਾਂ ਕੀ ਕਰ ਦਿੰਦੇ? ਡਿਲੀਟ ਕਰ ਦਿੰਦੇ ਆ। A B ਦਾ ਮਤਲਬ ਓਨਲੀ A ਵਾਲਾ ਪੋਰਸ਼ਨ ਹੀ, ਓਨਲੀ A ਵਾਲਾ ਸੈੱਟ ਹੀ, ਓਨਲੀ A ਵਾਲੇ ਐਲੀਮੈਂਟ ਹੀ ਲੈਣੇ ਆ, B ਵਾਲੇ ਜਿਹੜੇ ਆ ਉਹ ਡਿਲੀਟ ਕਰ। ਦੇਖੋ ਆ ਸਾਰਾ ਪੋਰਸ਼ਨ ਸਾਡਾ ਹੈਗਾ A, ਅਸੀਂ ਸਿਰਫ A ਲੈਣਾ, ਜਿਹੜਾ B ਵਾਲਾ ਪੋਰਸ਼ਨ ਹਟਾ ਦਾਂਗੇ। ਮਤਲਬ ਆ ਵਾਲਾ ਪੋਰਸ਼ਨ ਜਿਹੜਾ A ਤੇ B ਦਾ ਸਾਂਝਾ A ਨਹੀਂ ਲੈਣਾ, ਕੱਲਾ ਸਿਰਫ A ਦਾ ਲੈਣਾ, ਕੱਲਾ A ਦੇ ਨਾਲ ਹੀ। ਉਹ ਕਿਹੜਾ ਪੋਰਸ਼ਨ ਹੈਗਾ? ਸਿਰਫ ਆ ਜਾ ਆ ਦੇ ਆ ਸਾਡੇ ਕੋਲ ਜਿਹੜਾ ਪੋਰਸ਼ਨ ਹੈ ਇਹ ਸਿਰਫ ਕੀ ਆਏਗਾ? ਓਨਲੀ A, ਜਿਹਨੂੰ ਸ਼ੇਡ ਕਰ ਦਿੰਦੇ ਆਪਾਂ। ਆ ਗਿਆ ਡੈਟ ਇਜ਼ A B। ਕਿ ਸਿਰਫ A ਦਾ ਲਓ, ਜਿਹੜਾ A ਤੇ B ਨਾਲ ਸਾਂਝਾ ਉਹ ਡਿਲੀਟ ਕਰ ਦਿਓ, ਸਿਰਫ A ਵਾਲਾ ਪੋਰਸ਼ਨ। ਇਦਾਂ ਹੀ ਜੇ B A ਲਈਏ, ਇਹਦਾ ਮਤਲਬ ਕੀ ਆ? ਅਸੀਂ ਸਿਰਫ ਕਿਹੜੇ ਸੈੱਟ ਦੀ ਗੱਲ ਕਰਨੀ ਆ? ਉਹੀ ਰੀਜ਼ਨ ਲੈਣਾ ਜਿਹੜਾ ਕੱਲਾ ਸਿਰਫ B ਵਾਲਾ ਹੀ ਆ, ਜਿਹੜਾ B ਤੇ B ਨਾਲ A ਦਾ ਸਾਂਝਾ ਆ ਉਹਨੂੰ ਅਸੀਂ ਨਹੀਂ ਲੈਣਾ, ਸਿਰਫ ਓਨਲੀ B ਵਾਲਾ ਰੀਜ਼ਨ। ਤੇ ਕੱਲਾ B ਵਾਲਾ ਜਿਹੜਾ ਹਿੱਸਾ ਆ ਕਿਹਦੇ ਕੋਲ? ਦੇਖ ਲਓ ਜੇ ਆਪਾਂ ਕਹੀਏ ਕਿ ਮੰਨ ਲਓ ਕੋਈ ਆਪਾਂ ਵੰਡ ਕਰ ਰਹੇ ਆ, ਕੋਈ ਜੀ ਹਿੱਸਾ ਦੇ ਰਹੇ ਆ B ਨੂੰ, ਤੇ ਆਪਾਂ ਦੇਖੋ ਉਹ ਤੁਸੀਂ ਇੱਥੋਂ ਏਰੀਆ ਲੱਭੋ ਜਿਹੜਾ ਸਿਰਫ ਕੱਲਾ B ਕੋਲ ਹੀ ਆ। A ਤੇ B ਨਾਲ ਸਾਂਝਾ ਲੈਣਾ ਕੱਲਾ B ਵਾਲਾ। ਤੇ ਕਿਹੜਾ ਦਿਖਦਾ ਪਿਆ? ਦੇਖੋ ਆ ਸਾਰਾ ਹੀ ਆ, ਆ ਸਾਰਾ ਜਿਹੜਾ ਹੈ ਇਹ ਕੱਲਾ B ਕੋਲ ਹੈ। ਠੀਕ ਹੈ, ਤੇ ਇਹ ਸਾਡਾ ਕਹਿ ਜਾਏਗਾ B A ਮਤਲਬ ਕਿ ਸਿਰਫ ਅਸੀਂ ਕਿਹੜਾ ਰੀਜ਼ਨ ਲੈਣਾ ਜਿਹੜਾ ਕੱਲਾ ਕੀ ਹੈਗਾ ਆ? B ਕੋਲ ਹੀ ਆ। ਠੀਕ ਹੈ, A ਵਾਲਾ ਪੋਰਸ਼ਨ ਸਾਡਾ ਕੀ ਆ ਗਿਆ? B A ਪੋਰਸ਼ਨ ਆ ਗਿਆ। ਠੀਕ। ਹੁਣ ਅੱਗੇ ਦੇਖੋ ਬਹੁਤ ਇੰਟਰਸਟਿੰਗ ਕੰਪਲੀਮੈਂਟ। ਹੁਣ ਕਿਸੇ ਵੀ ਸੈੱਟ ਦੇ ਕੰਪਲੀਮੈਂਟ ਨੂੰ ਕਿਵੇਂ ਅਸੀਂ ਵੇਨ ਡਾਇਗਰਾਮ 'ਚ ਰਿਪਰੈਜ਼ੈਂਟ ਕਰਨਾ? ਦੇਖੋ ਧਿਆਨ ਨਾਲ। ਮੰਨ ਲਓ ਜੀ ਗੱਲ ਕਰੀਏ ਅਸੀਂ ਇਕੱਲੇ A ਸੈੱਟ ਦੀ, ਆ ਸਾਡਾ A ਸੈੱਟ ਆ ਗਿਆ। A ਸੈੱਟ ਦਾ ਕੰਪਲੀਮੈਂਟ, ਕਿਸੇ ਵੀ ਸੈੱਟ ਦਾ ਕੰਪਲੀਮੈਂਟ ਕੀ ਹੁੰਦਾ ਆ? ਉਹ ਸੈੱਟ ਦੇ ਐਲੀਮੈਂਟ ਨੂੰ ਛੱਡ ਕੇ ਬਾਕੀ ਸਾਰਾ ਕੀ ਆ ਜਾਂਦਾ ਆ? ਯੂਨੀਵਰਸਲ ਸੈੱਟ। ਤੇ ਏਰੀਆ ਦੇ ਵਿੱਚ ਵੀ ਕੀ ਹੋਏਗਾ? ਜੇ ਮੈਂ ਕਹਾਂ ਕਿ ਇਸ A ਦਾ ਕੰਪਲੀਮੈਂਟ ਕੀ ਹੋਏਗਾ, ਮੈਂ ਕਹਾਂਗਾ ਇਸ A ਵਾਲੇ ਪੋਰਸ਼ਨ ਨੂੰ ਛੱਡ ਕੇ ਬਾਕੀ ਸਾਰੇ ਦਾ ਸਾਰਾ ਕੀ ਆ? ਯੂਨੀਵਰਸਲ। ਇਹਨੂੰ ਛੱਡ ਦੋ ਤੇ ਉਹਨੂੰ ਕੀ ਕਿਵੇਂ ਸ਼ੇਡ ਕਰਾਂਗੇ? ਆ ਦੇਖੋ ਆ ਸਾਰਾ ਪੋਰਸ਼ਨ ਹੀ ਆਏਗਾ, ਸਿਰਫ ਕਿਹਨੂੰ ਛੱਡ ਕੇ? A ਵਾਲੀ ਨੂੰ ਛੱਡ ਕੇ। ਇਹ ਕੀ ਆ ਗਿਆ ਸਾਡੇ ਕੋਲ? A ਸੈੱਟ ਦਾ ਕੰਪਲੀਮੈਂਟ। ਕਿਸੇ ਵੀ ਸੈੱਟ ਦਾ ਕੰਪਲੀਮੈਂਟ ਕੀ ਹੋਏਗਾ? ਉਹਨੂੰ ਛੱਡ ਕੇ ਬਾਕੀ ਸਾਰਾ ਯੂਨੀਵਰਸਲ ਸੈੱਟ। ਤੇ A ਦਾ ਕੰਪਲੀਮੈਂਟ ਕੀ ਆ? A ਨੂੰ ਛੱਡ ਕੇ ਬਾਕੀ ਸਾਰਾ ਕੀ ਆ ਜਾਏਗਾ? ਯੂਨੀਵਰਸਲ ਸੈੱਟ ਆ ਜਾਏਗਾ। ਕਲੀਅਰ ਜੀ। ਜਿਵੇਂ ਮੰਨ ਲਓ ਸਪੋਜ਼ ਅਸੀਂ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਆ, ਠੀਕ ਹੈ, ਆਪਾਂ ਕਹਾਂਗੇ ਕਿ ਸਾਡਾ ਸਾਰਾ ਘਰ ਕੀ ਆ ਗਿਆ? ਇੱਕ ਯੂਨੀਵਰਸਲ ਸੈੱਟ ਆ, ਤੇ ਸਾਡਾ ਕਮਰਾ ਕੀ ਆ? ਇੱਕ A ਸੈੱਟ ਹੈਗਾ ਜਿਹੜਾ ਯੂਨੀਵਰਸਲ ਸਬ ਸੈੱਟ ਆ। ਆਪਾਂ ਕਹੀਏ ਸਾਡੇ ਕਮਰੇ ਦਾ ਕੰਪਲੀਮੈਂਟ ਕੀ ਹੋਏਗਾ? ਕਿ ਸਾਡੇ ਕਮਰੇ ਨੂੰ ਛੱਡ ਕੇ ਬਾਕੀ ਸਾਰੇ ਘਰ ਦਾ ਜਿਹੜਾ ਏਰੀਆ ਆ ਉਹ ਸਾਡਾ ਕੀ ਹੋਏਗਾ? ਕਮਰੇ ਦਾ ਕੰਪਲੀਮੈਂਟ ਹੋਏਗਾ। ਕਲੀਅਰ? ਠੀਕ ਹੈ, ਨੋਟ ਡਾਊਨ ਬੇਟਾ ਕਰ ਲਓ।
ਤੇ ਹੁਣ ਕੰਪਲੀਮੈਂਟ ਵਾਲੇ ਕੁਝ ਵੇਨ ਡਾਇਗਰਾਮ ਜਿਹੜੀਆਂ ਉਹਨਾਂ ਨੂੰ ਡਿਸਕਸ ਕਰਦੇ ਆਪਾਂ ਦੇਖਦੇ ਹਾਂ ਜੀ ਕੁਝ ਕੰਪਲੀਮੈਂਟ ਦੇ ਨਾਲ ਕਿਵੇਂ ਅਸੀਂ ਖੇਡਣਾ ਇੱਥੇ ਵੇਨ ਡਾਇਗਰਾਮ ਦੇ ਵਿੱਚ। ਦੇਖੋ A ਯੂਨੀਅਨ B ਦਾ ਕੰਪਲੀਮੈਂਟ, ਇਹਦਾ ਮਤਲਬ ਕੀ ਆ ਕਿ A ਯੂਨੀਅਨ B ਨੂੰ ਛੱਡ ਕੇ ਬਾਕੀ ਸਾਰਾ ਯੂਨੀਵਰਸਲ ਸੈੱਟ। ਪਹਿਲਾਂ ਅਸੀਂ ਦੇਖੀਏ A ਯੂਨੀਅਨ B ਸਾਡੇ ਕੋਲ ਕੀ ਆਏਗਾ। ਦੇਖੋ ਆ ਸਾਰਾ ਪੋਰਸ਼ਨ ਕੀ ਆ A ਯੂਨੀਅਨ B, A ਵਾਲਾ ਵੀ ਸਾਰਾ, B ਵਾਲਾ ਵੀ ਸਾਰਾ, A ਵਾਲਾ ਵੀ, ਠੀਕ ਹੈ। ਫਿਰ ਇਹਨੂੰ ਛੱਡ ਕੇ ਬਾਕੀ ਸਾਰਾ ਕੀ ਹੋਏਗਾ, ਆ ਜਿਹੜਾ ਪੋਰਸ਼ਨ ਆ ਜਾਏਗਾ, ਠੀਕ ਹੈ। देखो A यूनियन B साहब जो पोर्शन क्लीयर है, पहले सानू आ चीज क्लीयर होनी चाहिए कि A यूनियन B वाला पोर्शन की होना सी, वो आ होना साडे कोल आ सारा पोर्शन की होना सी A यूनियन B, ठीक है। ਅਸੀਂ ਕੀ ਕਰਨਾ, ਇਹਦਾ ਕੰਪਲੀਮੈਂਟ ਮਤਲਬ ਇਹਨੂੰ ਛੱਡ ਕੇ ਬਾਕੀ ਸਾਰਾ ਫਿਰ ਕੀ ਹੋਏਗਾ, ਸਾਰਾ ਅਰਾਊਂਡ ਇਹਦੇ ਰੀਜਨ ਆਪਾਂ ਛੇਡ ਕਰ ਦਾਂਗੇ। ਇਹ ਸਾਡਾ ਕੀ ਆ ਗਿਆ A यूनियन B ਦਾ ਕੰਪਲੀਮੈਂਟ। ਤੁਸੀਂ ਪੈਨਸਲ ਨਾਲ ਚਾਹੇ ਇਹਨੂੰ ਇੱਕ ਵਾਰੀ ਪੈਨਸਲ ਨਾਲ ਡਰਾਅ ਕਰਕੇ फिर तुसी रब भी कर सकते हो, जिवें पहला A यूनियन B नूं छेड़ कर लो, फिर देखो भी आपां इहदा कंप्लीमेंट मतलब इहनूं छड्ड के बाकी सारा फिर ओनूं छेड़ कर लो, A वाले पोर्शन की कर लो रब, ठीक है। हुण इत्थे देखो A दा कंप्लीमेंट की आ, देखो आ सारा A आ, इहदा कंप्लीमेंट की होएगा, इहनूं छड्ड के बाकी सारा पोर्शन आएगा। सारे पोर्शन दे विच देखो ਸਾਡੇ ਕੋਲ ਆ ਵੀ ਹਿੱਸਾ ਆਉਣਾ ਹੈ, ਆ ਜਿਹੜਾ ਤੱਕ ਵੀ। ਜੇ ਕੱਲੇ A ਦੇ ਕੰਪਲੀਮੈਂਟ ਦੀ ਗੱਲ ਕਰੀਏ, ਦੇਖੋ A ਦਾ ਕੰਪਲੀਮੈਂਟ ਤੇ ਇਹੀ ਆ ਨਾ, A ਨੂੰ ਛੱਡ ਕੇ ਬਾਕੀ ਸਾਰਾ। ਇਦਾਂ ਹੀ ਨੈਕਸਟ ਕੀ ਆ B ਦਾ ਕੰਪਲੀਮੈਂਟ। B ਦਾ ਕੰਪਲੀਮੈਂਟ ਕੀ ਹੈਗਾ, B ਨੂੰ ਛੱਡ ਕੇ ਬਾਕੀ ਸਾਰਾ, B ਨੂੰ ਛੱਡ ਦੋ ਬਾਕੀ ਸਾਰਾ ਪੋਰਸ਼ਨ ਲੈ ਲਓ, ਤੇ B ਨੂੰ ਆ ਛੱਡ ਦਿੰਦੇ ਆਪਾਂ, B ਨੂੰ ਛੱਡ ਦਿੰਦੇ ਆ ਤੇ ਬਾਕੀ ਅਸੀਂ ਕਰਨਾ ਹੈ ਸਾਰਾ ਪੋਰਸ਼ਨ ਲੈ ਲੈਣਾ, ਠੀਕ ਹੈ। B ਨੂੰ ਛੱਡ ਕੇ ਬਾਕੀ ਸਾਰਾ ਪੋਰਸ਼ਨ, ਤੇ ਦੋਨਾਂ ਦੀ ਇੰਟਰਸੈਕਸ਼ਨ ਸਾਡੇ ਕੋਲ ਕੀ ਆਏਗੀ, ਜਿਹੜਾ ਦੋਨਾਂ ਦਾ ਕਾਮਨ ਰੀਜਨ ਹੋਏਗਾ। ਤੇ ਕਾਮਨ ਰੀਜਨ ਕਿਹੜਾ ਆਉਣਾ ਆ, ਆ ਸਾਡਾ ਅਰਾਊਂਡ ਵਾਲਾ ਰੀਜਨ ਹੀ ਕਾਮਨ ਆਏਗਾ, ਠੀਕ ਹੈ। ਇਹਨੂੰ ਥੋੜਾ ਜਿਹਾ ਆਪਾਂ ਜੇ ਡਿਟੇਲ ਨਾਲ ਦੇਖਣਾ ਹੋਏ ਤੇ ਪਹਿਲਾਂ ਆਪਾਂ ਕੀ ਕੀਤਾ ਸੀ, A ਨੂੰ ਛੱਡ ਕੇ B ਦਾ ਸਾਰਾ ਰੀਜਨ ਕੀਤਾ ਸੀ ਸ਼ੇਡ। ਇਹਨੂੰ ਇਦਾਂ ਲਾਈਨ ਨਾਲ ਸ਼ੇਡ ਕਰ ਲਓ, ਠੀਕ ਹੈ, ਇਵੇਂ ਲਾਈਨ ਦੇ ਨਾਲ, ਠੀਕ। ਹੁਣ B ਨੂੰ ਛੱਡ ਕੇ ਬਾਕੀ ਸਾਰਾ ਰੀਜਨ ਸ਼ੇਡ ਕਰ ਦੋ, ਉਹਨੂੰ ਹੁਣ ਉਲਟੀਆਂ ਲਾਈਨਾਂ ਨਾਲ ਸ਼ੇਡ ਕਰ ਦੋ। ਫਿਰ ਵੇਖ ਲਓ ਕਿਹੜਾ ਰੀਜਨ ਜਿਹੜਾ ਦੋਨਾਂ 'ਚ ਕਾਮਨ ਆ ਰਿਹਾ, ਇੰਟਰਸੈਕਸ਼ਨ ਹੈ ਨਾ। B ਦਾ ਕੰਪਲੀਮੈਂਟ ਕੀ ਆਊਗਾ, B ਨੂੰ ਛੱਡ ਕੇ ਬਾਕੀ ਸਾਰਾ, ਇਹਨੂੰ ਇਦਾਂ ਕਰ ਲਓ, B ਨੂੰ ਛੱਡ ਕੇ ਬਾਕੀ ਸਾਰਾ ਪੋਰਸ਼ਨ ਲੈ ਲਓ, ਠੀਕ ਹੈ। ਇਹਨੂੰ ਇਦਾਂ ਉਲਟ ਲਾਈਨ ਦੇ ਨਾਲ ਜਿਹੜਾ ਨਾ ਉਹ ਸ਼ੇਡ ਕਰ ਲਓ। ਆ ਲਓ ਜੀ, A ਲਾਈਨ ਵਾਲਾ ਸਾਡੇ ਕੋਲ ਪੋਰਸ਼ਨ ਸੀ A ਦਾ ਕੰਪਲੀਮੈਂਟ, A ਨੂੰ ਛੱਡ ਕੇ ਬਾਕੀ ਸਾਰਾ, ਤੇ ਇਧਰੋਂ ਵਾਲਾ ਸਾਡੇ ਕੋਲ ਜਿਹੜੀ ਲਾਈਨ ਲਗਾਈਆਂ ਸੀ ਉਹ ਵਾਲਾ ਪੋਰਸ਼ਨ ਸੀ B ਨੂੰ ਛੱਡ ਕੇ ਬਾਕੀ ਸਾਰਾ। ਦੇਖ ਲਓ ਹੁਣ ਕਿਹੜਾ ਰੀਜ਼ਨ, ਇੰਟਰਸੈਕਸ਼ਨ ਦੋਵਾਂ ਦੀ ਹੈ ਨਾ, ਕਿਹੜਾ ਰੀਜ਼ਨ ਹੈ ਜਿੱਥੇ ਦੋਨੋਂ ਹੀ ਲਾਈਨਾਂ ਮੀਟ ਕਰਦੀਆਂ ਪਈਆਂ ਨੇ। ਆਹ ਦੇਖੋ ਆਹ ਵਾਲੇ ਸਾਰੇ ਰੀਜ਼ਨ 'ਚ ਦੋ ਦੋ ਲਾਈਨਾਂ ਮੀਟ ਕਰਦੀਆਂ ਪਈਆਂ ਨੇ, ਮਤਲਬ ਇਹ ਸਾਰਾ ਕੀ ਆ ਗਿਆ, ਦੋਨਾਂ ਦੇ ਵਿੱਚ ਕਾਮਨ ਆ ਗਿਆ। B ਦੇ ਵਿੱਚ ਵੀ ਇੱਕ ਹੀ ਲਾਈਨ ਤੇ A ਦੇ ਵਿੱਚ ਵੀ ਇੱਕ ਹੀ ਲਾਈਨ ਆ ਰਹੀ, ਮਤਲਬ ਇਹ ਦੋਨਾਂ ਦੇ ਵਿੱਚ ਸਾਂਝਾ ਸਾਡੇ ਕੋਲ ਨਹੀਂ ਹੈਗਾ। A ਕੰਪਲੀਮੈਂਟ ਤੇ B ਕੰਪਲੀਮੈਂਟ ਦਾ ਸਾਂਝਾ ਕੀ ਆ, ਜਿੱਥੇ ਦੋ ਦੋ ਲਾਈਨਾਂ ਆਪਸ ਵਿੱਚ ਇੰਟਰਸੈਕਟ ਕਰ ਰਹੀਆਂ ਨੇ। ਇਸ ਕਰਕੇ ਇਹ ਪੋਰਸ਼ਨ ਆਪਾਂ ਕੀ ਰੱਦ ਕਰ ਦਾਂਗੇ, ਠੀਕ ਹੈ। ਇਹ ਸਾਡਾ ਆ ਗਿਆ A ਕੰਪਲੀਮੈਂਟ ਇੰਟਰਸੈਕਸ਼ਨ B ਕੰਪਲੀਮੈਂਟ। ਦੇਖੋ ਦੋਨੋਂ ਸੇਮ ਹੀ ਆ ਰਹੇ, A ਯੂਨੀਅਨ B ਦਾ ਕੰਪਲੀਮੈਂਟ ਤੇ A ਕੰਪਲੀਮੈਂਟ ਇੰਟਰਸੈਕਸ਼ਨ B ਕੰਪਲੀਮੈਂਟ ਕੀ ਆ, ਸੇਮ। ਇਹ ਤੁਹਾਡੇ ਕੋਲ ਰਿਜ਼ਲਟ ਨਿਕਲ ਜਾਂਦਾ ਹੈ ਕਿ A ਯੂਨੀਅਨ B ਦਾ ਕੰਪਲੀਮੈਂਟ ਕਿਹਦੇ ਕੋਲ ਹੋਏਗਾ, A कंप्लीमेंट इंटरसेक्शन B कंप्लीमेंट के, ठीक है। नेक्स्ट देखो A इंटरसेक्शन B का कंप्लीमेंट, ये बहुत सिंपल है। पहला A इंटरसेक्शन B देख लो कितने आ रहा है, A वाला रीजन आ रहा है A इंटरसेक्शन B, इनू छड्ड के बाकी सारा शेड कर दो, इनू छड्ड के बाकी सारा ਅਸੀਂ ਕੀ ਆ शेड कर देना। ये साडा ਕੀ आ गया जी, ਇਹ ਵੀ ਲਾ ਕੇ ਬਣਾ ਲਈ, ਇਹਨੂੰ ਛੱਡ ਕੇ ਬਸ ਇਹ ਨਹੀਂ ਸ਼ੇਡ ਕਰਨਾ। ਇਹ ਆ ਗਿਆ A ਇੰਟਰਸੈਕਸ਼ਨ B ਦਾ ਕੰਪਲੀਮੈਂਟ। ਕਲੀਅਰ ਜੀ। ਇਸੇ ਵੇਲੇ ਸਾਡਾ ਅੱਜ ਦਾ ਲੈਕਚਰ ਜਿਹਦੇ ਵਿੱਚ ਅਸੀਂ ਵੇਨ ਡਾਇਗਰਾਮ ਨੂੰ ਡਿਸਕਸ ਕੀਤਾ, ਕਿਵੇਂ ਸੈਟਸ ਨੂੰ ਵੇਨ ਡਾਇਗਰਾਮ 'ਚ ਰਿਪਰੈਜ਼ੈਂਟ ਕਰਨਾ। ਅੱਜ ਦੇ ਲੈਕਚਰ ਸਿਰਫ ਅਸੀਂ 2 ਸੈਟਸ ਨੂੰ ਹੀ ਵੇਨ ਡਾਇਗਰਾਮ 'ਚ ਮੈਕਸਿਮਮ ਰਿਪਰੈਜ਼ੈਂਟ ਕੀਤਾ। 3 ਸੈਟਸ ਨੂੰ ਕਿਵੇਂ ਅਸੀਂ ਵੇਨ ਡਾਇਗਰਾਮ 'ਚ ਰਿਪਰੈਜ਼ੈਂਟ ਕਰਨਾ ਤੇ ਕਿਵੇਂ ਕਿਵੇਂ ਉਹਦੀਆਂ ਰੀਜ਼ਨ ਸ਼ੇਡ ਕਰਨੇ ਨੇ, ਕਿਹੜਾ ਕਿਹੜਾ ਹਿੱਸਾ ਕਿਹਨੂੰ ਕਿਹਨੂੰ ਬਿਲੋਂਗ ਕਰਦਾ, ਉਹਨੂੰ ਅਸੀਂ ਇੱਕ ਸੈਪਰੇਟ ਲੈਕਚਰ ਡਿਸਕਸ ਕਰਾਂਗੇ, ਕਿਉਂਕਿ ਬਹੁਤ ਇੰਪੋਰਟੈਂਟ ਸਾਡਾ 3 ਸੈਟਸ ਨੂੰ ਵੇਨ ਡਾਇਗਰਾਮ ਰਿਪਰੈਜ਼ੈਂਟ ਕਰਨ ਵਾਲਾ ਟੌਪਿਕ ਆ। ਇਸ ਕਰਕੇ ਅੱਜ ਅਸੀਂ ਸਿਰਫ ਇਸ ਲੈਕਚਰ 2 ਸੈਟ ਉੱਪਰ ਹੀ ਬੇਸਡ ਰਵਾਂਗੇ। ਵੱਖਰੀ ਲੈਕਚਰ 'ਚ ਤੁਹਾਨੂੰ ਮੈਂ
3 ਸੈਟਸ ਨੂੰ ਕਿਵੇਂ ਵੇਨ ਡਾਇਗ੍ਰਾਮ 'ਚ ਰਿਪਰੈਜ਼ੈਂਟ ਕਰਨਾ, ਉਹਦੀਆਂ ਪ੍ਰੋਬਲਮ ਜਿਹੜੀਆਂ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਥੈਂਕ ਯੂ, ਹੈਵ ਅ ਨਾਈਸ